ਬੱਚਿਓ, ਅੱਜ ਦੇ ਪਾਠ ਨਿਊਟਨ ਦਾ ਤੀਸਰਾ ਗਤੀ ਨਿਯਮ ਵਿੱਚ ਤੁਹਾਡਾ ਸਵਾਗਤ ਹੈ। ਪਿਛਲੀਆਂ ਕਲਾਸਾਂ ਵਿੱਚ ਅਸੀਂ ਨਿਊਟਨ ਦੇ ਪਹਿਲੇ ਅਤੇ ਦੂਜੇ ਗਤੀ ਨਿਯਮ ਬਾਰੇ ਪੜ੍ਹਿਆ ਸੀ। ਤੀਸਰੇ ਨਿਯਮ ਬਾਰੇ ਵਿਆਖਿਆ ਕਰਨ ਤੋਂ ਪਹਿਲਾਂ ਆਓ ਨਿਊਟਨ ਦੇ ਪਹਿਲੇ ਅਤੇ ਦੂਜੇ ਨਿਯਮ ਦੇ ਕੁਝ ਮਹੱਤਵਪੂਰਨ ਤੱਥਾਂ ਨੂੰ ਦੁਹਰਾ ਲਈਏ। ਨਿਊਟਨ ਦੇ ਪਹਿਲੇ ਗਤੀ ਨਿਯਮ ਅਨੁਸਾਰ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਉਸ ਉੱਪਰ ਕੋਈ ਬਾਹਰੀ ਬਲ ਕਿਰਿਆ ਨਹੀਂ ਕਰਦਾ। एक समान सरल रेखी गति कर रही वस्तु हमेशा गति करती है जदों तक बाहरी बल इस ऊपर क्रिया नहीं करता। पहला नियम उस अवस्था वल इशारा करता है जदों वस्तु ते बाहरी बल जीरो होता है। न्यूटन दा दूजा नियम उस अवस्था नूं दर्शाउंदा है जदों वस्तु ते बाहरी बल क्रिया करता है। ਨਿਊਟਨ ਦੇ ਦੂਜੇ ਨਿਯਮ ਅਨੁਸਾਰ ਬਲ ਪੁੰਜ ਅਤੇ ਪ੍ਰਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ਅਤੇ ਪ੍ਰਵੇਗ ਦੀ ਦਿਸ਼ਾ ਬਲ ਦੀ ਦਿਸ਼ਾ ਅਨੁਸਾਰ ਹੁੰਦੀ ਹੈ। ਕਿਸੇ ਵਸਤੂ ਦੇ ਸੰਵੇਗ ਵਿੱਚ ਤਬਦੀਲੀ ਦੀ ਦਰ ਲਗਾਏ ਗਏ ਬਾਹਰੀ ਬਲ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਅਤੇ ਸੰਵੇਗ ਵਿੱਚ ਤਬਦੀਲੀ ਦੀ ਦਿਸ਼ਾ लगाए गए बल दी दिशा विच होंदी है। आज दे इस विषय नूं अगे वधाउण तो पहला मैं तुहानूं एक क्रिया विखाउंदी हां जो कि तुसीं अपने आप करोगे। एक लंबी तार, एक गुब्बारा, पीण वाले पानी दी पाइप अते टेप लवो। तार नूं कुर्सी ਜਾਂ ਕਿਸੇ ਅਜਿਹੀ ਵਸਤੂ ਨਾਲ ਬੰਨ੍ਹ ਦਿਓ ਜਿਹੜੀ ਇੱਕ ਥਾਂ ਤੇ ਸਥਿਰ ਹੋਵੇ। ਤਾਰ ਨੂੰ ਪਾਈਪ ਨਾਲ ਬੰਨ੍ਹ ਦਿਓ। ਗੁਬਾਰੇ ਨੂੰ ਫੁਲਾ ਕੇ ਇਸ ਦੇ ਮੂੰਹ ਨੂੰ ਕੱਸ ਲਵੋ। ਪਾਈਪ ਵਾਲੇ ਪਾਸੇ ਗੁਬਾਰੇ ਤੇ ਟੇਪ ਲਗਾਓ। ਇਸ ਦਾ ਮੂੰਹ ਕੁਰਸੀ ਵੱਲ ਹੋਵੇ। ਤਾਰ ਨੂੰ ਚੰਗੀ ਤਰ੍ਹਾਂ ਖਿੱਚ ਕੇ ਗੁਬਾਰੇ ਨੂੰ ਛੱਡ ਦਿਓ। ਇਹ ਤਾਰ ਨਾਲ ਇਸ ਤਰ੍ਹਾਂ ਟਕਰਾਏਗਾ ਜਿਵੇਂ ਕਿ ਰਾਕਟ। ਜਦੋਂ ਗੁਬਾਰੇ ਦੇ ਮੂੰਹ ਵਿੱਚੋਂ ਹਵਾ ਬਾਹਰ ਨਿਕਲਦੀ ਹੈ ਤਾਂ ਇਹ ਗੁਬਾਰੇ ਨੂੰ ਉਲਟ ਦਿਸ਼ਾ ਵੱਲ ਬਲ ਲਗਾ ਕੇ ਧੱਕਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਪ੍ਰਯੋਗ ਵਿੱਚ ਕਿਹੜਾ ਸਿਧਾਂਤ ਕੰਮ ਕਰਦਾ ਹੈ? हाँ, ਇਹ ਨਿਊਟਨ ਦੇ ਤੀਸਰੇ ਨਿਯਮ ਤੇ ਆਧਾਰਿਤ ਹੈ। ਕਈ ਇਸ ਤਰ੍ਹਾਂ ਦੀਆਂ ਅਵਸਥਾਵਾਂ ਹਨ ਜੋ ਨਿਊਟਨ ਦੇ ਤੀਜੇ ਨਿਯਮ ਤੋਂ ਬਿਨਾਂ ਅਰਥਹੀਨ ਹਨ। ਤੀਸਰੇ ਨਿਯਮ ਦੇ ਆਧਾਰ ਤੇ ਅਸੀਂ ਗਤੀ ਦੀ ਵਿਆਖਿਆ ਕਰ ਸਕਦੇ ਹਾਂ। ਅੱਜ ਅਸੀਂ ਨਿਊਟਨ ਦੇ ਤੀਸਰੇ ਨਿਯਮ ਦੀ ਵਿਆਖਿਆ ਕਰਾਂਗੇ ਅਤੇ ਵੇਖਾਂਗੇ ਕਿ ਹਰ ਰੋਜ਼ ਦੀਆਂ ਅਵਸਥਾਵਾਂ ਵਿੱਚ ਇਹ ਕਿਵੇਂ ਲਾਗੂ ਹੁੰਦਾ ਹੈ। ਨਿਊਟਨ ਦੀ ਗਤੀ ਦੇ ਨਿਯਮ ਭੌਤਿਕ ਵਿਗਿਆਨ ਵਿੱਚ ਆਪਣਾ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਰੋਜ਼ਾਨਾ ਜੀਵਨ ਵਿੱਚ ਨਿਊਟਨ ਦੇ ਨਿਯਮ ਬਹੁਤ ਜ਼ਰੂਰੀ ਹਨ। ਇਹ ਨਿਯਮ ਕਿਸੇ ਵਸਤੂ ਦੀ ਗਤੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦੇ ਹਨ, ਪਰ ਕੁਝ ਖਾਸ ਹਾਲਾਤਾਂ ਵਿੱਚ ਜਿਵੇਂ ਕਿ ਗਤੀ ਕਰ ਰਹੀ ਵਸਤੂ ਦਾ ਵੇਗ ਪ੍ਰਕਾਸ਼ ਦੇ ਵੇਗ ਦੇ ਬਰਾਬਰ ਹੋਵੇ ਜਾਂ ਉਹਨਾਂ ਦਾ ਆਕਾਰ ਪਰਮਾਣੂ ਦੇ ਆਕਾਰ ਦੇ ਨੇੜੇ ਹੋਵੇ ਤਾਂ ਉੱਥੇ ਇਹ ਨਿਯਮ ਲਾਗੂ ਨਹੀਂ ਹੁੰਦੇ। ਨਿਊਟਨ ਦੇ ਗਤੀ ਦੇ 3 ਨਿਯਮ ਹੋਂਦ ਵਿੱਚ ਆਏ ਹਨ ਅਤੇ ਤੀਸਰਾ ਨਿਯਮ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੱਜ ਸਾਡੀਆਂ ਕਈ ਕਿਰਿਆਵਾਂ ਨਿਊਟਨ ਦੇ ਤੀਸਰੇ ਨਿਯਮ ਤੇ ਆਧਾਰਿਤ ਹਨ। ਆਓ ਨਿਊਟਨ ਦੇ ਤੀਜੇ ਨਿਯਮ ਦੀ ਵਿਸਥਾਰ ਨਾਲ ਵਿਆਖਿਆ ਕਰੀਏ। ਨਿਊਟਨ ਦਾ ਤੀਸਰਾ ਨਿਯਮ, ਕੁਦਰਤ ਕਦੇ ਵੀ
ਇੱਕ ਬਲ ਨੂੰ ਉਤਪੰਨ ਨਹੀਂ ਕਰਦੀ। ਬਲ ਹਮੇਸ਼ਾ ਜੋੜਿਆਂ ਵਿੱਚ ਹੁੰਦੇ ਹਨ ਜਾਂ ਇੱਕ ਇਕੱਲੇ ਬਲ ਦੀ ਹੋਂਦ ਕਦੇ ਨਹੀਂ ਹੁੰਦੀ। ਨਿਊਟਨ ਦਾ ਤੀਜਾ ਨਿਯਮ ਬਲ ਦੇ ਜੋੜਿਆਂ ਵਿੱਚ ਹੋਣ ਦੀ ਇੱਕ ਖਾਸ ਸਥਿਤੀ ਹੈ। ਇਹ ਬਲ ਜੋੜਿਆਂ ਵਿੱਚ ਹਰ ਕਿਰਿਆ ਲਈ ਉਸ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਪ੍ਰਤੀਕਿਰਿਆ ਪੈਦਾ ਕਰਦੇ ਹਨ। ਇਹ ਨਿਊਟਨ ਦਾ ਤੀਸਰਾ ਨਿਯਮ ਹੈ। ਦੂਜੇ ਸ਼ਬਦਾਂ ਵਿੱਚ ਹਰ ਕਿਰਿਆ ਬਲ ਲਈ ਉਸ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਇੱਕ ਪ੍ਰਤੀਕਿਰਿਆ ਬਲ ਹੁੰਦੀ ਹੈ। ਜੇਕਰ ਅਸੀਂ ਦੋ ਵਸਤੂਆਂ A ਅਤੇ B ਦੀ ਤੁਲਨਾ ਕਰੀਏ ਤਾਂ ਨਿਊਟਨ ਦੇ ਤੀਜੇ ਨਿਯਮ ਅਨੁਸਾਰ B ਦੁਆਰਾ A ਤੇ ਲਗਾਇਆ ਗਿਆ ਬਲ A ਦੁਆਰਾ B ਤੇ ਲਗਾਏ ਗਏ ਬਲ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਹੋਵੇਗਾ। ਇਹ ਨਿਯਮ ਆਮ ਤੌਰ ਤੇ ਇਸ ਕਥਨ ਰਾਹੀਂ ਜਾਣਿਆ ਜਾਂਦਾ ਹੈ ਕਿ ਹਰ ਕਿਰਿਆ ਲਈ ਉਸ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਇੱਕ ਪ੍ਰਤੀਕਿਰਿਆ ਹੁੰਦੀ ਹੈ। For every action there is an equal and opposite reaction। ਤੁਹਾਡੇ ਤੇ ਇਸ ਦਾ ਪ੍ਰਭਾਵ ਗਲਤ ਹੋ ਸਕਦਾ ਹੈ ਕਿ ਕਿਰਿਆ ਪ੍ਰਤੀਕਿਰਿਆ ਤੋਂ ਪਹਿਲਾਂ ਹੁੰਦੀ ਹੈ। ਭਾਵ ਕਿਰਿਆ ਕਾਰਨ ਹੈ ਅਤੇ ਪ੍ਰਤੀਕਿਰਿਆ ਪ੍ਰਭਾਵ ਹੈ। ਪਰ ਗਤੀ ਦੇ ਤੀਸਰੇ ਨਿਯਮ ਵਿੱਚ ਕਾਰਨ ਅਤੇ ਪ੍ਰਭਾਵ ਵਿੱਚ ਕੋਈ ਸੰਬੰਧ ਲਾਗੂ ਨਹੀਂ ਹੁੰਦਾ। ਕਿਰਿਆ ਅਤੇ ਪ੍ਰਤੀਕਿਰਿਆ ਇੱਕੋ ਸਮੇਂ ਬਲ ਲਗਾਉਂਦੇ ਹਨ। ਇਸ ਲਈ ਇਹਨਾਂ ਵਿੱਚੋਂ ਕਿਸੇ ਵੀ ਇੱਕ ਨੂੰ ਕਿਰਿਆ ਅਤੇ ਦੂਜੀ ਨੂੰ ਪ੍ਰਤੀਕਿਰਿਆ ਆਖਿਆ ਜਾ ਸਕਦਾ ਹੈ। ਤੀਸਰੇ ਨਿਯਮ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਕਿਰਿਆ ਅਤੇ ਪ੍ਰਤੀਕਿਰਿਆ ਬਲ ਹਮੇਸ਼ਾ ਵੱਖ-ਵੱਖ ਵਸਤੂਆਂ ਉੱਪਰ ਕੰਮ ਕਰਦੇ ਹਨ। ਨਤੀਜੇ ਵਜੋਂ ਦੋ ਬਲ ਇੱਕ ਦੂਜੇ ਨੂੰ ਕੈਂਸਲ ਕਦੇ ਨਹੀਂ ਕਰ ਸਕਦੇ। ਜਦੋਂ ਕਿ ਜੇਕਰ ਅਸੀਂ ਦੋ ਵਸਤੂਆਂ ਦੇ ਸਿਸਟਮ ਨੂੰ ਇੱਕੋ ਸਮਾਨ ਲੈਂਦੇ ਹਾਂ ਤਾਂ ਕਿਰਿਆ ਅਤੇ ਪ੍ਰਤੀਕਿਰਿਆ ਬਲ ਸਿਸਟਮ ਦੇ ਅੰਦਰਲੇ ਬਲ ਹਨ ਅਤੇ ਜੋੜਨ ਤੇ ਉਹ ਸਿਫਰ ਬਲ ਦਿੰਦੇ ਹਨ। ਇਹ ਇੱਕ ਮਹੱਤਵਪੂਰਨ ਤੱਥ ਹੈ ਜੋ ਕਿ ਗਤੀ ਦੇ ਦੂਜੇ ਨਿਯਮ ਨੂੰ ਵਸਤੂ ਜਾਂ ਪਾਰਟੀਕਲ ਸਿਸਟਮ ਤੇ ਲਾਗੂ ਹੋਣ ਦੇ ਕਾਬਿਲ ਬਣਾਉਂਦਾ ਹੈ, ਜਦੋਂ ਕਿ ਲਗਾਇਆ ਗਿਆ ਬਲ ਕੁੱਲ ਬਾਹਰੀ ਬਲ ਹੋਵੇ। ਨਿਊਟਨ ਦੇ ਤੀਜੇ ਨਿਯਮ ਤੇ ਆਧਾਰਿਤ ਕੁਝ ਉਦਾਹਰਣ ਵੇਖੋ। ਇੱਥੇ ਇਸ ਉਦਾਹਰਣ ਵਿੱਚ ਬੰਦੂਕ ਗੋਲੀ ਨੂੰ ਅੱਗੇ ਵੱਲ ਧਕੇਲਦੀ ਹੈ ਅਤੇ ਗੋਲੀ ਬੰਦੂਕ ਨੂੰ ਪਿੱਛੇ ਧਕੇਲਦੀ ਹੈ। ਬੰਦੂਕ ਦਾ ਇਹ ਝਟਕਾ ਲੱਗਣਾ ਬਲ ਦੀ ਪ੍ਰਤੀਕਿਰਿਆ ਕਾਰਨ ਹੈ। ਨਿਊਟਨ ਦੇ ਨਿਯਮ ਦੀ ਇੱਕ ਹੋਰ ਮਹੱਤਵਪੂਰਨ ਉਦਾਹਰਣ ਇੱਕ ਰਾਕਟ ਹੈ। ਜੇ ਅਸੀਂ ਰਾਕਟ ਦੀ ਗੱਲ ਕਰੀਏ ਤਾਂ ਹਵਾ ਦਾ ਹੇਠਾਂ ਵੱਲ ਦਬਾਅ ਰਾਕਟ ਨੂੰ ਉੱਪਰ ਧੱਕਦਾ ਹੈ। ਰਾਕਟ ਵਿੱਚ ਜਦੋਂ ਬਾਲਣ ਬਲਦਾ ਹੈ ਤਾਂ ਨਿਕਲ ਰਹੀਆਂ ਗੈਸਾਂ ਤੇਜ਼ ਗਤੀ ਨਾਲ ਹੇਠਾਂ ਵੱਲ ਧੱਕਾ ਮਾਰਦੀਆਂ ਹਨ। ਨਿਕਲ ਰਹੀਆਂ ਗੈਸਾਂ ਦਾ ਬਲ ਕਿਰਿਆ ਦਾ ਕੰਮ ਕਰਦਾ ਹੈ ਅਤੇ ਨਿਊਟਨ ਦੇ ਤੀਸਰੇ ਨਿਯਮ ਅਨੁਸਾਰ ਪ੍ਰਤੀਕਿਰਿਆ ਬਲ ਰਾਕਟ ਤੇ ਕੰਮ ਕਰਦਾ ਹੈ। ਇਹ ਪ੍ਰਤੀਕਿਰਿਆ ਬਲ ਹੀ ਰਾਕਟ ਨੂੰ ਉੱਪਰ ਵੱਲ ਗਤੀ ਕਰਨ ਵਿੱਚ ਮਦਦ ਕਰਦਾ ਹੈ। ਫਰਸ਼ ਤੇ ਤੁਰਦੇ ਸਮੇਂ ਅਸੀਂ ਫਰਸ਼ ਉੱਪਰ ਤਿਰਛੀ ਦਿਸ਼ਾ ਵਿੱਚ ਕਿਰਿਆ ਕਰ ਰਹੇ ਹੁੰਦੇ ਹਾਂ ਜਾਂ ਬਲ ਲਾ ਰਹੇ ਹੁੰਦੇ ਹਾਂ ਤਾਂ ਬਦਲੇ ਵਿੱਚ ਫਰਸ਼ ਪੈਰਾਂ ਉੱਪਰ ਪ੍ਰਤੀਕਿਰਿਆ ਕਰੇਗਾ, ਯਾਨੀ ਬਲ ਲਗਾਏਗਾ। ਇਹ ਪ੍ਰਤੀਕਿਰਿਆ ਸਾਨੂੰ ਤੁਰਨ ਵਿੱਚ ਮਦਦ ਕਰਦੀ ਹੈ। ਆਓ ਤੈਰਨ ਸਮੇਂ ਦਾ ਇੱਕ ਹੋਰ ਉਦਾਹਰਣ ਲਈਏ। ਇੱਕ ਤੈਰਾਕ ਪਾਣੀ ਨੂੰ ਪਿੱਛੇ ਵੱਲ ਧੱਕਦਾ ਹੈ ਜਦੋਂ ਕਿ ਪਾਣੀ ਉਸ ਨੂੰ ਪ੍ਰਤੀਕਿਰਿਆ ਵਜੋਂ ਅੱਗੇ ਵੱਲ ਧੱਕਦਾ ਹੈ। ਕੀ ਤੁਸੀਂ ਕਦੇ ਕਿਸ਼ਤੀ ਚੋਂ
ਕਿਨਾਰੇ ਤੇ ਛਲਾਂਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ? ਜਦੋਂ ਕੋਈ ਕਿਸ਼ਤੀ ਤੋਂ ਕਿਨਾਰੇ ਵੱਲ ਛਲਾਂਗ ਲਗਾਉਂਦਾ ਹੈ ਤਾਂ ਕਿਸ਼ਤੀ ਮਨੁੱਖ ਰਾਹੀਂ ਲਗਾਈ ਕਿਰਿਆ ਕਾਰਨ ਹਲਕੀ ਗਤੀ ਕਰਦੀ ਹੈ ਅਤੇ ਮਨੁੱਖ ਡਿੱਗ ਵੀ ਸਕਦਾ ਹੈ। ਕਿਸ਼ਤੀ ਦੁਆਰਾ ਲਗਾਈ ਪ੍ਰਤੀਕਿਰਿਆ ਕਾਰਨ ਹੀ ਮਨੁੱਖ ਕਿਨਾਰੇ ਵੱਲ ਗਤੀ ਕਰਦਾ ਹੈ। ਜਦੋਂ ਤੋਪ ਵਿੱਚੋਂ ਬੰਬ ਜਾਂ ਗੋਲਾ ਦਾਗਿਆ ਜਾਂਦਾ ਹੈ ਤਾਂ ਤੋਪ ਨੂੰ ਪਿੱਛੇ ਵੱਲ ਝਟਕਾ ਲੱਗਦਾ ਹੈ। ਦੂਜੇ ਸ਼ਬਦਾਂ ਵਿੱਚ ਪ੍ਰਤੀਕਿਰਿਆ ਭਾਵ ਬਲ ਕਾਰਨ ਤੋਪ ਨੂੰ ਪਿੱਛੇ ਵੱਲ ਝਟਕਾ ਲੱਗਦਾ ਹੈ। ਹੋਰ ਸਪਸ਼ਟਤਾ ਲਈ ਆਓ ਅਸੀਂ ਕੁਝ ਸਮੱਸਿਆਵਾਂ ਨੂੰ ਹੱਲ ਕਰੀਏ। ਕੀ ਤੁਸੀਂ ਦੱਸ ਸਕਦੇ ਹੋ ਕਿ ਇੱਕ ਪੰਛੀ ਉੱਪਰ ਵੱਲ ਕਿਵੇਂ ਉੱਡਦਾ ਹੈ? ਇਹ ਨਿਊਟਨ ਦੇ ਤੀਸਰੇ ਨਿਯਮ ਦਾ ਉਦਾਹਰਣ ਹੈ। ਉੱਪਰ ਵੱਲ ਉੱਡਣ ਲਈ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਹੇਠਾਂ ਵੱਲ ਧਕੇਲਦਾ ਹੈ ਅਤੇ ਹਵਾ ਪੰਛੀ ਦੇ ਖੰਭਾਂ ਉੱਪਰ ਪ੍ਰਤੀਕਿਰਿਆ ਭਾਵ ਬਲ ਵਿਪਰੀਤ ਦਿਸ਼ਾ ਵੱਲ ਲਾਉਂਦੀ ਹੈ। ਇਹ ਪ੍ਰਤੀਕਿਰਿਆ ਪੰਛੀ ਨੂੰ ਉੱਪਰ ਵੱਲ ਉੱਡਣ ਵਿੱਚ ਮਦਦ ਕਰਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਜਦੋਂ ਅੱਗ ਬੁਝਾਉਣ ਲਈ ਤੇਜ਼ ਪਾਣੀ ਦੀ ਧਾਰ ਅੱਗ ਤੇ ਪਾਈ ਜਾਂਦੀ ਹੈ ਤਾਂ ਪਾਈਪ ਪਿੱਛੇ ਵੱਲ ਕਿਉਂ ਹੁੰਦੀ ਹੈ? ਜਦੋਂ ਫਾਇਰਮੈਨ ਹੋਜ਼ ਪਾਈਪ ਦੁਆਰਾ ਤੇਜ਼ ਪਾਣੀ ਦੀ ਧਾਰ ਨੂੰ ਅੱਗ ਵੱਲ ਕਰਦਾ ਹੈ ਤਾਂ ਪਾਣੀ ਦੀ ਤੇਜ਼ ਗਤੀ ਪਾਣੀ ਨੂੰ ਅੱਗੇ ਵੱਲ ਧਕੇਲਦੀ ਹੈ ਅਤੇ ਪਾਣੀ ਦੀ ਪ੍ਰਤੀਕਿਰਿਆ ਕਾਰਨ ਪਾਈਪ ਨੂੰ ਪਿੱਛੇ ਵੱਲ ਝਟਕਾ ਲੱਗਦਾ ਹੈ। ਜਦੋਂ ਇੱਕ ਕਾਰ ਵੱਡੇ ਟਰੱਕ ਨਾਲ ਟਕਰਾਉਂਦੀ ਹੈ ਤਾਂ ਦੱਸੋ ਕਿ ਕਿਸ ਵਾਹਨ ਉੱਪਰ ਬਲ ਦਾ ਵਧੇਰੇ ਅਸਰ ਹੁੰਦਾ ਹੈ? ਕਿਹੜੇ ਵਾਹਨ ਦਾ ਵੇਗ ਤੇਜ਼ ਹੋਵੇਗਾ? ਕਾਰ ਅਤੇ ਟਰੱਕ ਵਿਪਰੀਤ ਦਿਸ਼ਾ ਵਿੱਚ ਬਰਾਬਰ ਬਲ ਲਗਾਉਣਗੇ। ਕਾਰ ਦਾ ਪੁੰਜ ਘੱਟ ਹੋਣ ਕਾਰਨ ਟੱਕਰ ਉਪਰੰਤ ਇਸ ਦਾ ਵੇਗ ਪਹਿਲਾਂ ਤੋਂ ਜ਼ਿਆਦਾ ਹੋ ਜਾਵੇਗਾ। ਤੁਸੀਂ ਇਹਨਾਂ ਘਟਨਾਵਾਂ ਵਿੱਚ ਕਿਰਿਆ ਅਤੇ ਪ੍ਰਤੀਕਿਰਿਆ ਦੀ ਪਛਾਣ ਕਰਨੀ ਹੈ। ਇੱਕ ਬਰਫ਼ ਦਾ ਗੋਲਾ ਵਿਅਕਤੀ ਨੂੰ ਪਿੱਛੋਂ ਟਕਰਾਉਂਦਾ ਹੈ। ਇਸ ਹਾਲਤ ਵਿੱਚ ਬਰਫ਼ ਦੇ ਗੋਲੇ ਵੱਲੋਂ ਲਗਾਇਆ ਗਿਆ ਬਲ ਕਿਰਿਆ ਹੈ ਅਤੇ ਗੋਲੇ ਉੱਪਰ ਇਸ ਦਾ ਅਸਰ ਪ੍ਰਤੀਕਿਰਿਆ ਹੈ। ਜੇਕਰ ਬਾਸਕਟਬਾਲ ਦਾ ਖਿਡਾਰੀ ਗੇਂਦ ਨੂੰ ਪਕੜਦਾ ਹੈ ਤਾਂ ਇਸ ਹਾਲਤ ਵਿੱਚ ਗੇਂਦ ਦੁਆਰਾ ਲਗਾਇਆ ਗਿਆ ਬਲ ਕਿਰਿਆ ਹੈ ਅਤੇ ਗੇਂਦ ਉੱਪਰ ਇਸ ਦਾ ਅਸਰ ਪ੍ਰਤੀਕਿਰਿਆ ਹੈ। ਜੇਕਰ ਤੁਹਾਨੂੰ ਕੋਈ 50 ਨਿਊਟਨ ਦੇ ਬਲ ਨਾਲ ਧਕੇਲਦਾ ਹੈ ਤਾਂ ਤੁਸੀਂ ਕਿੰਨੇ ਬਲ ਨਾਲ ਉਸ ਨੂੰ ਧਕੇਲੋਗੇ ਤਾਂ ਕਿ ਤੁਸੀਂ ਡਿੱਗਣ ਤੋਂ ਬਚ ਸਕੋ? ਡਿੱਗਣ ਤੋਂ ਬਚਣ ਲਈ ਤੁਸੀਂ ਵੀ ਉਸ ਨੂੰ ਬਰਾਬਰ ਬਲ ਯਾਨੀ ਕਿ 50 ਨਿਊਟਨ ਨਾਲ ਹੀ ਧਕੋਗੇ, ਪਰ ਉਲਟ ਦਿਸ਼ਾ ਵਿੱਚ। ਸਾਰੇ ਉਦਾਹਰਣਾਂ ਵਿੱਚ ਦੋਵੇਂ ਵਸਤੂਆਂ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਹਨ, ਪਰ ਇਹ ਜ਼ਰੂਰੀ ਨਹੀਂ ਕਿ ਦੋ ਵਸਤੂਆਂ ਇੱਕ ਦੂਜੇ ਦੇ ਸੰਪਰਕ ਵਿੱਚ ਹੋਣ ਤੇ ਹੀ ਬਲ ਲਗਾਉਣ। ਕੁਝ ਅਵਸਥਾਵਾਂ ਵਿੱਚ ਦੋਵੇਂ ਵਸਤੂਆਂ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਹੋਣ ਤੇ ਵੀ ਬਲ ਲਗਾਉਂਦੀਆਂ ਹਨ। ਭਾਵ ਕੁਝ ਦੂਰੀ ਤੇ ਹੋਣ ਤੇ ਵੀ ਦੋ ਵਸਤੂਆਂ ਕਿਰਿਆ ਅਤੇ ਪ੍ਰਤੀਕਿਰਿਆ ਕਰਦੀਆਂ ਹਨ। ਕੀ ਤੁਸੀਂ ਮੈਨੂੰ ਇਸ ਦੇ ਕੁਝ ਉਦਾਹਰਣ ਦੇ ਸਕਦੇ ਹੋ? ਇੱਕ ਚੁੰਬਕ ਕੁਝ ਦੂਰੀ ਤੇ ਅਲੱਗ ਪਏ ਲੋਹੇ ਦੇ ਟੁਕੜੇ ਨੂੰ ਖਿੱਚਦੀ ਹੈ। ਚੁੰਬਕ ਲੋਹੇ ਦੇ ਟੁਕੜੇ ਤੇ ਬਲ ਲਾਉਂਦੀ ਹੈ ਅਤੇ ਲੋਹੇ ਦਾ ਟੁਕੜਾ ਵੀ ਚੁੰਬਕ ਤੇ ਵਿਪਰੀਤ ਦਿਸ਼ਾ ਵੱਲ ਬਲ ਲਾਉਂਦਾ ਹੈ। ਇਸੇ ਤਰ੍ਹਾਂ ਬਿਜਲਈ ਚਾਰਜ ਕੀਤਾ ਕੰਘਾ ਕਾਗਜ਼ ਦੇ ਕੁਝ ਟੁਕੜਿਆਂ ਨੂੰ ਖਿੱਚਦਾ ਹੈ। ਇਹ ਦੋਵੇਂ ਇੱਕ ਦੂਜੇ ਤੇ ਬਰਾਬਰ ਅਤੇ ਵਿਪਰੀਤ ਦਿਸ਼ਾ ਵਿੱਚ ਬਲ ਲਾਉਂਦੇ ਹਨ।
ਥੱਲੇ ਡਿੱਗ ਰਹੇ ਪੱਥਰ ਨਾਲ ਧਰਤੀ ਵੀ ਆਕਰਸ਼ਿਤ ਹੁੰਦੀ ਹੈ, ਭਾਵੇਂ ਉਹ ਇੱਕ ਦੂਜੇ ਦੇ ਸੰਪਰਕ ਵਿੱਚ ਨਹੀਂ ਹੁੰਦੇ। ਧਰਤੀ ਪੱਥਰ ਨੂੰ ਗੁਰਤਾ ਆਕਰਸ਼ਣ ਬਲ ਕਾਰਨ ਹੇਠਾਂ ਵੱਲ ਖਿੱਚਦੀ ਹੈ ਅਤੇ ਪੱਥਰ ਧਰਤੀ ਨੂੰ ਇਸ ਦੇ ਬਰਾਬਰ ਅਤੇ ਵਿਪਰੀਤ ਬਲ ਨਾਲ ਧਕੇਲਦਾ ਹੈ। ਧਰਤੀ ਦਾ ਪੁੰਜ ਪੱਥਰ ਦੇ ਪੁੰਜ ਨਾਲੋਂ ਬਹੁਤ ਜ਼ਿਆਦਾ ਹੋਣ ਕਾਰਨ ਇਸ ਉੱਤੇ ਪੱਥਰ ਦੁਆਰਾ ਲਾਏ ਬਲ ਦਾ ਅਸਰ ਵਿਖਾਈ ਨਹੀਂ ਦਿੰਦਾ। ਇਨ੍ਹਾਂ ਸਾਰੇ ਹਾਲਾਤਾਂ ਵਿੱਚ ਕਿਰਿਆ ਅਤੇ ਪ੍ਰਤੀਕਿਰਿਆ ਦੇ ਬਲ ਸਮਾਨ ਅਤੇ ਵਿਪਰੀਤ ਦਿਸ਼ਾ ਵਿੱਚ ਹਨ। ਇਹ ਸਾਰੇ ਉਦਾਹਰਣ ਦਰਸਾਉਂਦੇ ਹਨ ਕਿ ਪ੍ਰਤੀਕਿਰਿਆ ਬਲ ਹਮੇਸ਼ਾ ਹਾਜ਼ਰ ਹੁੰਦਾ ਹੈ, ਭਾਵੇਂ ਕਿਸੇ ਕਠੋਰ ਵਸਤੂ ਨੂੰ ਗਤੀ ਦੇਣ ਲਈ ਕਿਰਿਆ ਜਾਂ ਬਲ ਲਗਾਇਆ ਜਾਏ ਜਾਂ ਕੋਈ ਵਸਤੂ ਬਿਨਾਂ ਰਗੜ ਤੋਂ ਗਤੀ ਕਰਦੀ ਹੋਵੇ। ਕੁਝ ਹਾਲਾਤਾਂ ਵਿੱਚ ਪ੍ਰਤੀਕਿਰਿਆ ਬਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਦਾਹਰਣ ਲਈ, ਜਦੋਂ ਪੱਥਰ ਧਰਤੀ ਵੱਲ ਡਿੱਗਦਾ ਹੈ ਤਾਂ ਪ੍ਰਤੀਕਿਰਿਆ ਵਜੋਂ ਧਰਤੀ ਵੀ ਪੱਥਰ ਨੂੰ ਧਕੇਲਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਜਦੋਂ ਇੱਥੇ ਪ੍ਰਤੀਕਿਰਿਆ ਬਲ ਹੈ ਤਾਂ ਧਰਤੀ ਧਕੇਲੀ ਕਿਉਂ ਨਹੀਂ ਜਾਂਦੀ? ਕਿਉਂਕਿ ਧਰਤੀ ਦਾ ਪੁੰਜ ਬਹੁਤ ਜ਼ਿਆਦਾ ਜਾਂ ਵੱਡਾ ਹੈ। ਇਸ ਕਰਕੇ ਪ੍ਰਤੀਕਿਰਿਆ ਬਲ ਕਾਰਨ ਵੇਗ ਬਹੁਤ ਬਹੁਤ ਘੱਟ ਹੁੰਦਾ ਹੈ, ਜਾਂ ਕਹਿ ਲਓ ਨਾ ਬਰਾਬਰ ਹੀ ਹੁੰਦਾ ਹੈ। ਇਸ ਲਈ ਇਹਨਾਂ ਸਾਰੀਆਂ ਹਾਲਤਾਂ ਵਿੱਚ ਪ੍ਰਤੀਕਿਰਿਆ ਬਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਅਸੀਂ ਸਾਰੇ ਭਾਰ ਤੋਲਣ ਦੀ ਮਸ਼ੀਨ ਤੇ ਆਪਣਾ ਭਾਰ ਤੋਲਦੇ ਹਾਂ। ਜਦੋਂ ਅਸੀਂ ਮਸ਼ੀਨ ਤੇ ਪੈਰ ਰੱਖਦੇ ਹਾਂ ਤਾਂ ਮਸ਼ੀਨ ਸਾਡੇ ਉੱਤੇ ਲੱਗ ਰਹੇ ਧਰਤੀ ਦੇ ਆਕਰਸ਼ਣ ਬਲ ਨੂੰ ਮਾਪਦੀ ਹੈ। ਇਹੀ ਸਾਡਾ ਭਾਰ ਹੁੰਦਾ ਹੈ। ਆਮ ਤੌਰ ਤੇ ਕਿਸੇ ਵਸਤੂ ਦਾ ਧਰਤੀ ਦੀ ਸਤ੍ਹਾ ਉੱਪਰ ਭਾਰ ਧਰਤੀ ਦੁਆਰਾ ਵਸਤੂ ਤੇ ਲਗਾਇਆ ਗਿਆ ਗੁਰੂਤਾ ਆਕਰਸ਼ਣ ਬਲ ਯਾਨੀ ਗ੍ਰੈਵੀਟੇਸ਼ਨਲ ਫੋਰਸ ਹੁੰਦਾ ਹੈ। ਇਸ ਲਈ ਭਾਰ ਕਿਸੇ ਨਿਸ਼ਚਿਤ ਪੁੰਜ ਵਾਲੀ ਵਸਤੂ ਉੱਤੇ ਧਰਤੀ ਦੀ ਗੁਰਤਾ ਆਕਰਸ਼ਣ ਦੁਆਰਾ ਲੱਗ ਰਿਹਾ ਗੁਰਤਾ ਬਲ ਦਰਸਾਉਂਦਾ ਹੈ। ਤੁਹਾਡੇ ਵਿੱਚੋਂ ਕਈਆਂ ਨੂੰ ਪੁੰਜ ਅਤੇ ਭਾਰ ਵਿੱਚ ਫਰਕ ਕਰਨ ਵਿੱਚ ਭੁਲੇਖਾ ਲੱਗਦਾ ਹੋਵੇਗਾ। ਇਹ ਦੋਵੇਂ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ। ਪੁੰਜ ਵਸਤੂ ਦੀ ਜੜਤਾ ਦਾ ਮਾਪ ਹੈ। ਇਹ ਸਕੇਲਰ ਮਾਤਰਾ ਹੈ ਅਤੇ ਕਿਸੇ ਵਸਤੂ ਦਾ ਪੁੰਜ ਉਦੋਂ ਤੱਕ ਸਥਿਰ ਰਹਿੰਦਾ ਹੈ ਜਦੋਂ ਤੱਕ ਕਿ ਵਸਤੂ ਦੀ ਮਾਤਰਾ ਵਿੱਚ ਕੋਈ ਬਦਲਾਵ ਨਹੀਂ ਆਉਂਦਾ, ਜਦਕਿ ਭਾਰ ਗੁਰੁਤਵਾਕਰਸ਼ਣ ਬਲ ਹੈ। ਇਹ ਇੱਕ ਵੈਕਟਰ ਮਾਤਰਾ ਹੈ। ਇਹ ਗ੍ਰੈਵਿਟੀ ਜਾਂ ਗੁਰੁਤਵੀ ਪ੍ਰਵੇਗ ਵਿੱਚ ਤਬਦੀਲੀ ਭਾਵ ਆਕਰਸ਼ਣ ਵਿੱਚ ਬਦਲਾਵ ਦੇ ਕਾਰਨ ਬਦਲ ਸਕਦਾ ਹੈ। ਉਦਾਹਰਣ ਲਈ, ਜੇਕਰ ਤੁਸੀਂ ਚੰਦ ਉੱਪਰ ਹੋਵੋ ਤਾਂ ਤੁਹਾਡਾ ਪੁੰਜ ਤੇ ਨਹੀਂ ਬਦਲਦਾ, ਪਰ ਚੰਦ ਉੱਪਰ ਗੁਰੁਤਵਾਕਰਸ਼ਣ ਬਲ ਧਰਤੀ ਦੇ ਗੁਰੁਤਵਾਕਰਸ਼ਣ ਬਲ ਦਾ 1/6ਵਾਂ ਹਿੱਸਾ ਹੁੰਦਾ ਹੈ। ਨਤੀਜੇ ਵਜੋਂ ਚੰਦ ਤੇ ਤੁਹਾਡਾ ਭਾਰ ਧਰਤੀ ਉੱਤੇ ਤੁਹਾਡੇ ਭਾਰ ਨਾਲੋਂ 1/6ਵਾਂ ਹਿੱਸਾ ਹੋਵੇਗਾ। ਜੇਕਰ ਇੱਕ ਲੜਕੇ ਦਾ ਪੁੰਜ 25 ਕਿਲੋਗ੍ਰਾਮ ਹੋਵੇ ਤਾਂ ਧਰਤੀ ਤੇ ਉਸ ਦਾ ਭਾਰ 25 ਕਿਲੋਗ੍ਰਾਮ ਭਾਰ ਜਾਂ 245 ਨਿਊਟਨ ਹੋਵੇਗਾ, ਜਦਕਿ ਚੰਦ ਤੇ ਇਸੇ ਲੜਕੇ ਦਾ ਪੁੰਜ 25 ਕਿਲੋਗ੍ਰਾਮ ਹੀ ਰਹੇਗਾ, ਪਰ ਇਸ ਦਾ ਭਾਰ 40.5 ਨਿਊਟਨ ਜਾਂ 4.1 ਕਿਲੋਗ੍ਰਾਮ ਭਾਰ ਹੋ ਜਾਵੇਗਾ। ਮਤਲਬ ਕਿ ਧਰਤੀ ਤੇ ਉਸ ਦੇ ਭਾਰ ਦਾ 1/6ਵਾਂ ਹਿੱਸਾ ਹੀ ਰਹਿ ਜਾਵੇਗਾ। ਜੇਕਰ ਜੁਪੀਟਰ ਤੇ ਗੁਰੁਤਵੀ ਪ੍ਰਵੇਗ 23.1 ਮੀਟਰ ਪ੍ਰਤੀ ਵਰਗ ਸੈਕਿੰਡ ਹੈ ਤਾਂ ਐਸੇ ਲੜਕੇ ਦਾ ਭਾਰ ਜੁਪੀਟਰ ਤੇ ਕੀ ਹੋਵੇਗਾ?
ए 577.5 न्यूटन ਜਾਂ 58.9 ਕਿਲੋਗ੍ਰਾਮ ਭਾਰ ਹੋਵੇਗਾ। ਹੁਣ ਤੁਸੀਂ ਕਿਸੇ ਵੀ ਗ੍ਰਹਿ ਉੱਪਰ ਦਿੱਤੇ ਗਏ ਪੁੰਜ ਨਾਲ ਕਿਸੇ ਵਸਤੂ ਦਾ ਭਾਰ ਮਾਪ ਸਕਦੇ ਹੋ। ਗ੍ਰਹਿ ਦੇ ਗੁਰੂਤਵਾ ਪ੍ਰਵੇਗ ਨੂੰ ਜਾਣਦੇ ਹੋਏ ਇਹ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ। ਇੱਥੇ ਵੱਖ-ਵੱਖ ਗ੍ਰਹਿਆਂ ਅਤੇ ਚੰਨ ਉੱਪਰ ਆਕਰਸ਼ਣ ਕਾਰਨ ਪ੍ਰਵੇਗਾਂ ਦੀ ਸੂਚੀ ਦਿੱਤੀ ਗਈ ਹੈ। ਇਹ ਮੀਟਰ ਪ੍ਰਤੀ ਵਰਗ ਸੈਕਿੰਡ ਵਿੱਚ ਹੈ। ਮਰਕਰੀ ਦਾ ਗੁਰੂਤਾ ਪ੍ਰਵੇਗ 3.7 ਮੀਟਰ ਪ੍ਰਤੀ ਵਰਗ ਸੈਕਿੰਡ ਹੈ ਅਤੇ ਵੀਨਸ ਦਾ 8.8 ਮੀਟਰ ਪ੍ਰਤੀ ਵਰਗ ਸੈਕਿੰਡ। ਇਸੇ ਤਰ੍ਹਾਂ ਮਾਰਸ ਦਾ ਗੁਰੂਤਾ ਪ੍ਰਵੇਗ 3.7 ਮੀਟਰ ਪ੍ਰਤੀ ਵਰਗ ਸੈਕਿੰਡ। ਜੁਪੀਟਰ ਦਾ ਗੁਰੂਤਵਾ ਪ੍ਰਵੇਗ 23.1 ਮੀਟਰ ਪ੍ਰਤੀ ਵਰਗ ਸੈਕਿੰਡ ਹੈ। ਸੈਟਰਨ ਦਾ ਗੁਰੂਤਵਾ ਪ੍ਰਵੇਗ ਹੈ 9.0 ਮੀਟਰ ਪ੍ਰਤੀ ਵਰਗ ਸੈਕਿੰਡ। यूरेनस ਦਾ ਗੁਰੂਤਵਾ ਪ੍ਰਵੇਗ ਹੈ 8.7 ਮੀਟਰ ਪ੍ਰਤੀ ਵਰਗ ਸੈਕਿੰਡ। ਨੈਪਚੂਨ ਦਾ ਗੁਰੂਤਵਾ ਪ੍ਰਵੇਗ ਹੈ 11.0 ਮੀਟਰ ਪ੍ਰਤੀ ਵਰਗ ਸੈਕਿੰਡ ਅਤੇ ਇਸੇ ਤਰ੍ਹਾਂ ਮੂਨ यानी साढ़े चंद का गुरुत्वा प्रवेग है 1.6 मीटर प्रति वर्ग सेकंड। की तुसी जानते हो कि भार दी मशीन की मापती है? भार या प्रतिक्रिया बल। किसी वस्तु का भार मापन लई वस्तु नू भार तोलन वाली मशीन उपर रखना पैंदा है। वस्तु अपने भार दे बराबर धरती दे केंद्र वल बल लगाउंदी है। बदले विच मशीन उपर वल दिशा विच बराबर अते उलट प्रतिक्रिया दिंदी है। इस प्रतिक्रिया कारण भार दी मशीन संख्या दर्शाउंदी है। जेकर वस्तु दा भार mg है अते मशीन दी प्रतिक्रिया r है तां वस्तु दा भार प्रतिक्रिया दे बराबर होवेगा। मैं तुहानू एक सवाल दिंदी हाँ। एक बच्चे ने लिखिया कि मेरा भार 48 किलोग्राम है। तुसी इस कथन विच गलती लभनी है अते उस दे असली भार बारे तुसी की सोचते हो ये भी दसना है। इस कथन विच 48 किलोग्राम उसका पुंज है ना कि भार, क्योंकि पुंज दी ही इकाई किलोग्राम होंदी है। उसका भार पुंज का 9.8 गुणा है जो कि 470.4 न्यूटन है। अगला सवाल है, एक वस्तु का पुंज 1 किलोग्राम है। धरती ऊपर इसका भार की है? चलो इसका उत्तर भी मैं ही देंदी हाँ। इसका उत्तर है कि धरती ऊपर वस्तु का भार 9.8 न्यूटन है। हुण दसो चंद ऊपर इसका भार की है? चंद ऊपर इसका भार 1.6 न्यूटन होवेगा, यानी धरती ऊपर इसके भार का 1/6वां भाग। ते पुलाड़ विच इसका भार की है? पुलाड़ विच इसका भार 0 होवेगा। पुलाड़ विच हर एक वस्तु का भार 0 ही होंदा है, क्योंकि इत्थे कोई गुरुत्व आकर्षण बल नहीं होंदा। मैनू उम्मीद है कि तुसी न्यूटन दे तीसरे गति दे नियम अते भार बारे समझ गए हो। आओ हुण तक असी जो कुछ सिक्ख्या है उसनू एक बार दोहरा लईए। न्यूटन ने अपने गति दे नियमां नू सन 1687 विच शुरू कीता जां बनाया। आज तक सारे भौतिक विज्ञान लई न्यूटन दे नियम महत्वपूर्ण आधार हन। न्यूटन दे तीसरे गति दे नियम अनुसार किसी वस्तु उपर लगाए गए हर एक बल
ਜਾਂ ਕਿਰਿਆ ਲਈ ਉਸ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਇੱਕ ਪ੍ਰਤੀਕਿਰਿਆ ਹੁੰਦੀ ਹੈ। ਨਿਊਟਨ ਦੇ ਗਤੀ ਦੇ ਤੀਜੇ ਨਿਯਮ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਕਿਰਿਆ ਅਤੇ ਪ੍ਰਤੀਕਿਰਿਆ ਬਲ ਵੱਖ-ਵੱਖ ਵਸਤੂਆਂ ਤੇ ਕੰਮ ਕਰਦੇ ਹਨ। ਨਤੀਜੇ ਵਜੋਂ ਦੋ ਬਲ ਕਦੇ ਵੀ ਇੱਕ ਦੂਜੇ ਨੂੰ ਕੈਂਸਲ ਨਹੀਂ ਕਰ ਸਕਦੇ। ਅੰਤ ਵਿੱਚ ਧਰਤੀ ਤੇ ਕਿਸੇ ਵਸਤੂ ਦਾ ਭਾਰ ਸਾਧਾਰਨ ਤੌਰ ਤੇ ਉਸ ਵਸਤੂ ਉੱਪਰ ਧਰਤੀ ਦੁਆਰਾ ਲਗਾਇਆ ਗਿਆ ਗੁरुत्वाकर्षण बल ही है जो कि धरती के केंद्र ਵੱਲ ਕਿਰਿਆ ਕਰਦੀ ਹੈ। ਭਾਰ ਗੁरुत्वाकर्षण बल है। ਇਹ ਵੈਕਟਰ ਮਾਤਰਾ ਹੈ ਜੋ ਕਿ ਗੁरुत्वाकर्षण ਵਿੱਚ ਬਦਲਾਵ ਹੋਣ ਤੇ ਬਦਲ ਜਾਂਦੀ ਹੈ, ਜਦੋਂ ਕਿ ਪੁੰਜ ਵਸਤੂ ਦੀ ਜੜਤਾ ਦਾ ਮਾਪ ਹੈ। ਇਹ ਸਕੇਲਰ ਮਾਤਰਾ ਹੈ ਅਤੇ ਉਦੋਂ ਤੱਕ ਨਹੀਂ ਬਦਲਦੀ ਜਦੋਂ ਤੱਕ ਕਿ ਵਸਤੂ ਦੀ ਮਾਤਰਾ ਵਿੱਚ ਬਦਲਾਵ ਨਾ ਆਵੇ। ਸੋ ਹੁਣ ਅਸੀਂ ਅੱਜ ਦੇ ਵਿਸ਼ੇ ਦੇ ਅੰਤ ਵਿੱਚ ਪਹੁੰਚ ਗਏ ਹਾਂ। ਹੁਣ ਤੱਕ ਤੁਸੀਂ ਜੋ ਕੁਝ ਸਿੱਖਿਆ ਹੈ ਉਸ ਨੂੰ ਪਰਖਣ ਲਈ ਆਓ ਤੁਹਾਨੂੰ ਕੁਝ ਸਵਾਲ ਪੁੱਛ ਕੇ ਵੇਖਦੇ ਹਾਂ। ਮੇਰਾ ਪਹਿਲਾ ਸਵਾਲ ਹੈ, ਬਲ ਦੀ ਐਸਆਈ ਯੂਨਿਟ ਜਾਂ ਇਕਾਈ ਕੀ ਹੈ? ਉੱਤਰ ਹੈ, बल दी एसआई यूनिट भाव इकाई न्यूटन है। अगला प्रश्न है, न्यूटन दा तीसरा गति नियम दसो। ਇਹ ਤਾਂ ਤੁਸੀਂ ਜਾਣ ਹੀ ਗਏ ਹੋ। ਹਰ ਕਿਰਿਆ ਲਈ ਉਸ ਦੇ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਪ੍ਰਤੀਕਿਰਿਆ ਹੁੰਦੀ ਹੈ। ਇਹੀ ਨਿਊਟਨ ਦਾ ਤੀਸਰਾ ਗਤੀ ਨਿਯਮ ਹੈ। अगला सवाल है, क्रिया अते प्रतिक्रिया बल एक दूजे नू संतुलित नहीं करते, क्यों? उत्तर है, क्रिया अते प्रतिक्रिया बल एक दूजे नू संतुलित नहीं करते क्योंकि ये दोवें इक्को वस्तु ते क्रिया ना करके दो वख वस्तुआं ते काम करते हैं। एक होर प्रश्न देखो, भार दी परिभाषा दियो। ਇਹ परिभाषा है, धरती दी सतह ते किसी वस्तु दा भार धरती द्वारा उस वस्तु ऊपर लगाए गए गुरुत्वाकर्षण बल दा माप है। अगला प्रश्न है, न्यूटन दे तीसरे नियम अनुसार हर बल बराबर ਅਤੇ ਉਲਟ ਬਲ ਨਾਲ ਸ਼ਾਮਿਲ ਹੁੰਦਾ ਹੈ ਤਾਂ ਗਤੀ ਕਿਸ ਤਰ੍ਹਾਂ ਹੁੰਦੀ ਹੈ? ਉੱਤਰ ਹੈ, ਜਦੋਂ ਕਿ ਕਿਰਿਆ ਅਤੇ ਪ੍ਰਤੀਕਿਰਿਆ ਬਲ ਇੱਕੋ ਵਸਤੂ ਤੇ ਨਹੀਂ ਹੁੰਦੇ, ਇਸ ਲਈ ਉਹ ਇੱਕ ਦੂਜੇ ਨੂੰ ਸੰਤੁਲਿਤ ਨਹੀਂ ਕਰਦੇ। ਇਸ ਤਰ੍ਹਾਂ ਇੱਕ ਵਸਤੂ ਕਿਰਿਆ ਬਲ ਕਾਰਨ ਅਤੇ ਦੂਜੀ ਵਸਤੂ प्रतिक्रिया बल कारण गति करदियां हन। एक होर प्रश्न देखो, पुंज अते भार विच की अंतर है? इसका उत्तर है, भार गुरुत्वाकर्षण बल है जो कि वेक्टर मात्रा है अते एक गुरुत्वाकर्षण विच बदलाव आउण ते बदल जाती है, जबकि पुंज वस्तु दी जड़ता दा माप है। ਇਹ ਸਕੇਲਰ ਮਾਤਰਾ ਹੈ ਅਤੇ ਉਦੋਂ ਤੱਕ ਸਥਿਰ ਰਹਿੰਦੀ ਹੈ ਜਦੋਂ ਤੱਕ ਵਸਤੂ ਦੀ ਮਾਤਰਾ ਨਾ ਬਦਲੇ। ਅਗਲਾ ਪ੍ਰਸ਼ਨ ਹੈ, ਜੇਕਰ ਵਸਤੂ ਦਾ ਪੁੰਜ 50 ਕਿਲੋਗ੍ਰਾਮ ਹੈ ਤਾਂ ਕਿਸੇ ਗ੍ਰਹਿ ਉੱਪਰ 19.0 ਮੀਟਰ ਪ੍ਰਤੀ ਵਰਗ ਸੈਕਿੰਡ ਗੁਰੁਤਵਾ ਪ੍ਰਵੇਗ ਕਾਰਨ ਇਸ ਦਾ ਪੁੰਜ ਅਤੇ ਭਾਰ ਕਿੰਨਾ ਹੋਵੇਗਾ? उत्तर है, वस्तु का पुंज समान रहेगा अते भार 950 न्यूटन होवेगा। एक होर प्रश्न है, कि तुसी लगभग 1 न्यूटन भार वालियां वस्तुआं दी सूची दस सकदे हो? उत्तर है, 100 ग्राम पुंज वालियां वस्तुआं दा भार लगभग 1 न्यूटन दे बराबर होवेगा।
ਇਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ। ਛੋਟੀ ਕਿਤਾਬ, ਇੱਕ ਸੇਬ, ਆਈਸਕ੍ਰੀਮ ਦਾ ਕੱਪ ਅਤੇ ਚਾਹ ਦਾ ਖਾਲੀ ਕੱਪ ਆਦਿ। ਇੱਕ ਹੋਰ ਪ੍ਰਸ਼ਨ ਹੈ, ਰਾਕੇਟ ਨੂੰ ਪੁਲਾੜ ਵਿੱਚ ਭੇਜਣ ਵੇਲੇ ਗਤੀ ਦਾ ਕਿਹੜਾ ਨਿਯਮ ਲੱਗਦਾ ਹੈ? ਉੱਤਰ ਤੁਸੀਂ ਸਾਰੇ ਜਾਣਦੇ ਹੋ, ਨਿਊਟਨ ਦਾ ਤੀਸਰਾ ਗਤੀ ਨਿਯਮ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਮੇਰੀ ਹੀ ਤਰ੍ਹਾਂ ਪਾਠ ਦਾ ਭਰਪੂਰ ਆਨੰਦ ਮਾਣਿਆ ਹੋਵੇਗਾ। ਪਾਠ ਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ। ਅਗਲੀ ਕਲਾਸ ਵਿੱਚ ਇੱਕ ਨਵੇਂ ਵਿਸ਼ੇ ਨਾਲ ਫਿਰ ਮਿਲਾਂਗੇ।